ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਕਈ ਦਿਨਾਂ ਤੋਂ ਰਿਪੋਰਟ ਨਹੀਂ ਬਣਾ ਪਾਇਆ। ਉਸ ਲਈ ਮੈਂ ਸਾਰੇ ਹੀ ਆਪਣੇ ਜਿਹੜੇ ਫੋਲੋਅਰ ਸਬਸਕ੍ਰਾਈਬਰਸ ਨੇ ਉਹਨਾਂ ਤੋਂ ਮਾਫੀ ਵੀ ਮੰਗਦਾ ਹਾਂ, ਕਿਉਂਕਿ ਰਿਪੋਰਟਾਂ ਦਾ ਸਿਲਸਿਲਾ ਥੋੜਾ ਜਿਹਾ ਘਟਿਆ ਵੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ, ਲੇਕਿਨ ਐਡਾ ਲੰਬਾ ਗੈਪ ਨਹੀਂ ਸੀ ਪੈਣਾ ਚਾਹੀਦਾ। ਐਨੀਵੇਜ਼ ਆਪਾਂ ਆਪਣੀ ਜਿਹੜੀ ਪਿਛਲੀ ਰਿਪੋਰਟ ਜਿਸ ਵਿੱਚ ਮੈਂ ਗੱਲ ਕੀਤੀ ਸੀ ਉੱਤਰਾਖੰਡ ਦੇ ਇੱਕ ਕਿਸਾਨ ਆਗੂ ਵੀ ਸੀ ਉਹ, ਤੇ ਮਾਈਨਿੰਗ ਦਾ ਵੀ ਉਸਦਾ ਚੰਗਾ ਕੰਮਕਾਜ ਸੀ, ਬਿਜ਼ਨਸ ਸੀ, ਮਹਿਲ ਸਿੰਘ, ਉਸ ਦਾ ਜਿਹੜਾ ਕਤਲ ਕਰਾਇਆ ਗਿਆ। ਅਰਸ਼ ਡਾਲਾ ਤੇ ਸੁੱਖਾ ਦੁਣੇਕੇ ਇਹ ਦੋਹਾਂ ਨੇ ਕੈਨੇਡਾ ਤੋਂ ਬੈਠ ਕੇ ਇਸ ਕੰਟਰੈਕਟ ਕਿਲਿੰਗ ਨੂੰ ਅੰਜਾਮ ਦਵਾਇਆ ਸੀ, ਜਿਸ ਲਈ ਉੱਤਰਾਖੰਡ ਦੇ ਵਿੱਚ ਪੱਬਾਂ ਪਾਰ ਹੋ ਗਈ ਸੀ ਉੱਥੇ ਦੀ ਪੁਲਿਸ, ਕਿਉਂਕਿ ਉੱਥੇ ਇਸ ਤਰੀਕੇ ਦੇ ਅਪਰਾਧ ਜ਼ਿਆਦਾ ਨਹੀਂ ਹੁੰਦੇ। ਸੋ ਇਹ ਇੱਕ ਬੜਾ ਵੱਡਾ ਕੇਸ ਸੀ ਉਹਨਾਂ ਲਈ, ਜਿਸ ਨੂੰ ਕਿ ਫਾਈਨਲੀ ਪੰਜਾਬ ਪੁਲਿਸ ਦੀ AGTF ਨੇ ਕਰੈਕ ਕੀਤਾ। ਇੱਥੋਂ ਉਹਨਾਂ ਨੇ ਮੋਹਾਲੀ ਦੇ ਨੇੜਿਓਂ ਜਿਹੜੇ ਸ਼ੂਟਰ ਸੀ, ਜਿਸ ਵਿੱਚ ਕਿ ਮਨਪ੍ਰੀਤ ਚੋਚੀ ਤੇ ਸਾਧੂ ਸਿੰਘ ਸਨ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਵੀ 2 ਲੋਕ ਹੋਰ ਫੜੇ ਗਏ। ਲੇਕਿਨ ਮੈਂ ਇਸ ਰਿਪੋਰਟ ਨੂੰ ਜਿਹੜਾ ਦੂਸਰਾ ਪਾਰਟ ਹੈ ਉਸ ਦੇ ਵਿੱਚ ਦੱਸਣਾ ਇਹ ਚਾਹਾਂਗਾ ਤੁਹਾਨੂੰ ਕਿ ਇਹ ਜਿਹੜੇ ਦੋਵੇਂ ਸ਼ੂਟਰ ਸੀ, ਖਾਸ ਕਰਕੇ ਸਾਧੂ ਸਿੰਘ, ਹੁਣ ਸਾਧੂ ਸਿੰਘ ਦਾ ਕ੍ਰਿਮੀਨਲ ਰਿਕਾਰਡ ਸੀ ਤੇ ਇਸ ਨੂੰ ਸੁੱਖੇ ਦੁਣੇਕੇ ਯਾਰਸ਼ ਡਾਲੇ ਹੋਣਾ ਨੇ ਸੋਰਸ ਕੀਤਾ ਸੀ ਬਠਿੰਡੇ ਦੇ ਇਲਾਕੇ 'ਚੋਂ। ਜੇਲ੍ਹਾਂ ਦੇ ਵਿੱਚ ਜਦੋਂ ਬੈਠੇ ਸੀ ਉਸ ਵਕਤ ਇਹਨਾਂ ਦੇ ਨਾਲ ਕੰਟੈਕਟ ਵਗੈਰਾ ਕਰਕੇ ਬਾਹਰ ਆਏ ਲੋਕ, ਤੇ ਉਸ ਤੋਂ ਬਾਅਦ ਇਹਨਾਂ ਤੋਂ ਇਹ ਵਾਰਦਾਤ ਕਰਾਈ ਗਈ। ਹੁਣ ਇਹਨਾਂ ਵਿੱਚੋਂ ਜਿਹੜਾ ਮੇਨ ਸ਼ੂਟਰ ਸਾਧੂ ਸਿੰਘ ਸੀ ਉਹ ਇੱਕ ਖਤਰਨਾਕ ਕ੍ਰਿਮੀਨਲ ਤਾਂ ਸੀ, ਲੇਕਿਨ ਅੰਡਰਵਰਲਡ ਦੇ ਵਿੱਚ ਉਹ ਘੱਟ ਸਮੇਂ ਦੇ ਵਿੱਚ ਉੱਤੇ ਜਾਣਾ ਚਾਹੁੰਦਾ ਸੀ ਬਹੁਤ, ਤੇ ਉਹਦੇ ਜਿਹੜੇ ਆਕਾ ਸੀਗੇ ਸੁੱਖਾ ਦੁਣੇਕੇ ਤੇ ਅਰਸ਼ ਡਾਲਾ, ਇਹ ਵੀ ਉਸ ਤੋਂ ਵੱਡਾ ਕੰਮ ਕਰਾਉਣਾ ਚਾਹੁੰਦੇ ਸੀ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੰਬੀਹਾ ਗੈਂਗ ਤੇ ਲਾਰੈਂਸ ਗੈਂਗ ਦੀ ਇੱਕ ਦੁਸ਼ਮਣੀ ਤੁਰੀ ਆਉਂਦੀ ਹੈ। ਸੋ ਬੰਬੀਹਾ ਗੈਂਗ ਦੇ ਟਾਰਗੇਟ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੁਝ ਲੋਕਾਂ ਨੂੰ ਰੱਖਿਆ ਜਾਣਾ ਸੀ। ਸੁੱਖਾ ਦੁਣੇਕੇ ਉਹੀ ਮੇਨ ਗੈਂਗਸਟਰ ਹੈ ਕੈਨੇਡਾ ਬੇਸਡ, ਜੋ ਕਿ ਸੰਦੀਪ ਨੰਗਲ ਅੰਬੀਆਂ ਦੇ ਕੇਸ ਨੂੰ ਜਿਸਨੇ ਪਲਾਨ ਕੀਤਾ ਬੈਠ ਕੇ। ਮੇਨ ਜਿਹੜਾ ਉਸਦਾ ਮਾਸਟਰਮਾਈਂਡ ਸੀ ਉਹ ਸੁੱਖਾ ਦੁਣੇਕੇ ਸੀ। ਹੁਣ ਸੁੱਖਾ ਦੁਣੇਕੇ ਨੇ ਜਦੋਂ ਸੰਦੀਪ ਨੰਗਲ ਅੰਬੀਆਂ ਨੂੰ 2022 ਦੀ ਸ਼ੁਰੂਆਤ ਦੇ ਵਿੱਚ ਮਰਵਾਇਆ, ਤੁਹਾਨੂੰ ਯਾਦ ਹੈ ਉਹ ਘਟਨਾ ਜਿਹੜੀ ਘਟੀ ਸੀ ਜਿਸ ਵਿੱਚ ਕਿ ਚੱਲਦੇ ਹੋਏ ਕਬੱਡੀ ਟੂਰਨਾਮੈਂਟ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰਤੀਆਂ ਗਈਆਂ ਸੀ। ਉਸ ਦੇ ਵਿੱਚ ਜਿਹੜੇ ਸ਼ੂਟਰ ਭੇਜੇ ਗਏ ਸੀ ਉਹਨਾਂ 'ਚੋਂ ਜ਼ਿਆਦਾ ਸ਼ੂਟਰਾਂ ਨੂੰ ਤਾਂ ਫੜ ਲਿਆ ਗਿਆ, ਲੇਕਿਨ 2 ਸ਼ੂਟਰ ਜਿਨ੍ਹਾਂ ਉੱਤੇ ਮੈਂ ਇੱਕ ਰਿਪੋਰਟ ਵੱਖਰੀ ਬਣਾਈ ਸੀ, ਜੇ ਤੁਹਾਨੂੰ ਯਾਦ ਹੋਏਗਾ ਅੱਜ ਤੋਂ ਕਈ ਮਹੀਨੇ ਪਹਿਲਾਂ, ਤੇ ਇਹ ਲੱਗਦਾ ਕਿ ਇੰਜ ਕਿ ਸ਼ਾਇਦ ਪੰਜਾਬ ਪੁਲਿਸ ਦੇ ਜਾਂ ਸਰਕਾਰਾਂ ਦੇ ਰਡਾਰ ਤੋਂ ਇਹ ਲੋਕ ਗਾਇਬ ਨੇ। ਅਜਿਹਾ ਨਹੀਂ ਕਿ ਲੋਕ ਪੁਲਿਸ ਨਹੀਂ ਇਹਨਾਂ ਨੂੰ ਲੱਭ ਰਹੀ ਹੋਏਗੀ, ਜ਼ਰੂਰ ਲੱਭ ਰਹੀ ਹੋਏਗੀ। AGTF ਵੀ ਆਪਣਾ ਜ਼ੋਰ ਲਾ ਰਹੀ ਹੋਏਗੀ, ਤੇ ਇਸੇ ਜ਼ੋਰ ਦਾ ਹਿੱਸਾ ਹੀ ਸੀ ਜਿਸ ਕਰਕੇ ਇਹ ਜਿਹੜੇ ਮਹਿਲ ਸਿੰਘ ਦੇ ਸ਼ੂਟਰ ਸੀ ਇਹ ਵੀ ਕਿਸੇ ਹੱਦ ਤੱਕ ਇਹਨਾਂ ਦੇ ਅੜਿੱਕੇ ਚੜ੍ਹ ਗਏ ਤੇ ਕਾਬੂ ਆ ਗਏ। ਲੇਕਿਨ ਸੰਦੀਪ ਨੰਗਲ ਅੰਬੀਆਂ ਦੇ 2 ਮੇਨ ਸ਼ੂਟਰ ਜਿਨ੍ਹਾਂ ਉੱਤੇ ਆਪਾਂ ਰਿਪੋਰਟ ਬਣਾ ਚੁੱਕੇ ਹਾਂ, ਉਹ ਸੀ ਇੱਕ ਤਾਂ ਸੀ ਬਠਿੰਡੇ ਤੇ ਮੌੜ ਇਲਾਕੇ ਦਾ ਹੈਰੀ ਬਠਿੰਡਾ ਇਸ ਨੂੰ ਕਿਹਾ ਜਾਂਦਾ ਹੈ, ਤੇ ਦੂਸਰਾ ਸੀ ਹੈਰੀ ਰਾਜਪੁਰਾ। ਇਹ 2 ਸ਼ੂਟਰ ਨੇ ਜੋ ਕਿ ਉਸ ਵਾਰਦਾਤ ਦੇ ਵਿੱਚ ਗੋਲੀ ਚਲਾਉਣ ਦੇ ਵਿੱਚ ਡਾਇਰੈਕਟਲੀ ਖੁਦ ਹੈਰੀ ਬਠਿੰਡਾ ਅੱਗੇ ਸੀ, ਤੇ ਜਿਹੜਾ ਹੈਰੀ ਰਾਜਪੁਰਾ ਸੀ ਉਸ ਦੇ ਨਾਲ ਸੀ। ਮੈਂ ਇਹਨਾਂ ਦੀ ਤਸਵੀਰਾਂ ਵੀ ਪਹਿਲਾਂ ਦਿਖਾਈਆਂ ਸੀ, ਦੁਬਾਰਾ ਵੀ ਤੁਹਾਨੂੰ ਦਿਖਾ ਦਾਂਗੇ। ਸੋ ਇਹ ਦੋਵੇਂ ਸ਼ੂਟਰ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਟੋਟਲ ਰੇਡੀਓ ਸਾਇਲੈਂਸ ਮੇਨਟੇਨ ਕਰਕੇ ਰਾਜਸਥਾਨ ਜਾ ਕੇ ਛੁਪ ਜਾਂਦੇ ਨੇ। ਹੁਣ ਰਾਜਸਥਾਨ ਦਾ ਜੋਧਪੁਰ ਦਾ ਇਲਾਕਾ, ਬੀਕਾਨੇਰ ਦਾ ਇਲਾਕਾ, ਸੀਕਰ ਦੇ ਇਲਾਕੇ, ਇਹ ਉਹ ਇਲਾਕੇ ਨੇ ਜਿੱਥੇ ਅੰਡਰਵਰਲਡ ਤੇ ਗੈਂਗਸਟਰ ਕਾਫੀ ਜ਼ਿਆਦਾ ਨੇ, ਤੇ ਲਾਰੈਂਸ ਬਿਸ਼ਨੋਈ ਦਾ ਇੱਕ ਬੜਾ ਲੰਬਾ ਚੌੜਾ ਨੈਟਵਰਕ ਇੱਥੋਂ ਚੱਲਦਾ ਹੈ। ਲਾਰੈਂਸ ਬਿਸ਼ਨੋਈ ਦੇ ਜਿਹੜੇ ਗੁਰਗੇ ਨੇ, ਗੁੰਡੇ ਹੈਗੇ ਨੇ, ਬਦਮਾਸ਼ ਗੈਂਗਸਟਰ ਜੋ ਵੀ ਹੈਗੇ ਨੇ, ਇਨਕਲੂਡਿੰਗ ਦੀਪਕ ਟੀਨੂ, ਜਦੋਂ ਇੱਥੋਂ ਭੱਜਦਾ ਤੇ ਫਾਈਨਲੀ ਉਸ ਨੂੰ ਜਾ ਕੇ ਵੀ ਰਾਜਸਥਾਨ ਦੇ ਵਿੱਚੋਂ ਹੀ ਫੜਿਆ ਜਾਂਦਾ ਹੈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ। ਇਹਨਾਂ ਨੂੰ ਰਾਜਸਥਾਨ ਦੇ ਵਿੱਚ ਪਨਾਹ ਮਿਲਦੀ ਰਹੀ ਹੈ। ਪੰਜਾਬ ਦੇ ਬਹੁਤ ਸੇ ਗੈਂਗਸਟਰ ਵਾਰਦਾਤਾਂ ਕਰਕੇ ਉੱਥੇ ਜਾਂਦੇ ਰਹੇ ਨੇ, ਲੇਕਿਨ ਜਿੱਥੇ ਲਾਰੈਂਸ ਬਿਸ਼ਨੋਈ ਦਾ ਆਪਣਾ ਬਹੁਤ ਨੈਟਵਰਕ ਹੈ ਰਾਜਸਥਾਨ ਦੇ ਵਿੱਚ, ਜੋ ਕਿ ਉਹਦੇ ਗੈਂਗਸਟਰਾਂ ਨੂੰ ਪਨਾਹ ਦਿੰਦਾ ਹੈ, ਉੱਥੇ ਹੀ ਲਾਰੈਂਸ ਦਾ ਇੱਕ ਵਿਰੋਧੀ ਜਿਹੜਾ ਧੜਾ ਹੈ ਉਹ ਵੀ ਬਹੁਤ ਗੈਂਗਸਟਰਾਂ ਨੂੰ ਪਨਾਹ ਦਿੰਦਾ ਹੈ, ਤੇ ਉਹਨਾਂ ਦੇ ਵਿੱਚੋਂ ਹੀ ਇੱਕ ਧੜੇ ਨੇ ਇਹ ਜਿਹੜੇ 2 ਸ਼ੂਟਰ ਸੀ ਸੰਦੀਪ ਨੰਗਲ ਅੰਬੀਆਂ, ਕਿਉਂਕਿ ਬੰਬੀਹਾ ਗੈਂਗ ਤੇ ਸੁੱਖਾ ਦੁਣੇਕੇ ਵੱਲੋਂ ਕਰਵਾਈ ਵਾਰਦਾਤ ਸੀ। ਉਸ ਤੋਂ ਬਾਅਦ ਇਹ ਦੋਨੋਂ ਸ਼ੂਟਰ ਭੱਜ ਜਾਂਦੇ ਨੇ। ਇੰਨੇ ਮਹੀਨੇ ਇਹ ਲੋਕ ਰਾਜਸਥਾਨ ਦੇ ਵਿੱਚ ਰਹੇ, ਤੇ ਰਾਜਸਥਾਨ ਦੇ ਵਿੱਚ ਬੈਠ ਕੇ ਟੋਟਲੀ ਇਹਨਾਂ ਦੀ ਰੇਡੀਓ ਸਾਇਲੈਂਸ ਸੀ। ਇਹੀ ਕਾਰਨ ਸੀ ਕਿ ਪੁਲਿਸ ਇਹਨਾਂ ਤੱਕ ਪਹੁੰਚ ਨਹੀਂ ਕਰ ਪਾਈ ਹੈ, ਇਹਨਾਂ ਨੂੰ ਕੋਈ ਅੱਜ ਤੱਕ ਨਹੀਂ ਫੜ ਸਕਿਆ ਹੈ, ਤੇ ਇਹ ਬਹੁਤ ਨੇੜੇ ਆ ਚੁੱਕੇ ਸੀ। ਜਦੋਂ ਮਹਿਲ ਸਿੰਘ ਦਾ ਕਤਲ ਹੁੰਦਾ ਹੈ ਤੇ ਉਸਦੇ ਜਿਹੜੇ ਸ਼ੂਟਰ ਹੁੰਦੇ ਨੇ ਉਹਨਾਂ ਦਾ ਅਗਲਾ ਨਿਸ਼ਾਨਾ ਸਾਧੂ ਸਿੰਘ ਹੋਣਾ ਦਾ ਉਹ ਹੋਣਾ ਸੀ ਲਾਰੈਂਸ ਬਿਸ਼ਨੋਈ ਦਾ ਪੁਰਾਣਾ ਇੱਕ ਜਿਹੜਾ ਸਾਥੀ ਰਿਹਾ ਹੈ, ਜਿਸ ਨੂੰ ਮਨਜੀਤ ਪਾਲ ਸਿੰਘ ਦੇ ਨਾਂ ਨਾਲੋਂ ਜਾਣਿਆ ਜਾਂਦਾ ਰਾਜਸਥਾਨ ਦੇ ਵਿੱਚ। ਬੇਸਿਕਲੀ ਰਾਜਸਥਾਨ ਦਾ ਇੱਕ ਬੜਾ ਮਸ਼ਹੂਰ ਗੈਂਗਸਟਰ ਹੋਇਆ ਹੈ ਜਿਸਦਾ ਨਾਂ ਸੀ ਅਨੰਦਪਾਲ ਸਿੰਘ। ਇਸ ਉੱਤੇ ਫਿਲਮਾਂ ਬਣੀਆਂ ਨੇ, ਸ਼ਾਇਦ ਰੰਗਬਾਜ਼ ਫਿਲਮ ਇਸ ਉੱਤੇ ਆਧਾਰਿਤ, 1-2 ਹੋਰ ਵੀ ਦੀ ਫਿਲਮਾਂ ਬਣੀਆਂ ਨੇ। ਸੋ ਅਨੰਦਪਾਲ ਉਹ ਗੈਂਗਸਟਰ ਸੀ ਜਿਸ ਦਾ 2017 ਦੇ ਵਿੱਚ ਐਨਕਾਊਂਟਰ ਕੀਤਾ ਗਿਆ ਸੀ। ਅਨੰਦਪਾਲ ਅਤੇ ਉਹਦਾ ਜਿਹੜਾ ਵਿਰੋਧੀ ਖੇਮਾ ਸੀ ਉਸ ਵਿੱਚ ਰਾਜੂ ਠੇਠ, ਜਿਸ ਨੂੰ ਇਸ ਸਾਲ ਦਸੰਬਰ ਵਿੱਚ ਮਾਰਿਆ ਗਿਆ ਹੈ। ਇਹਨਾਂ ਦੀ ਇੱਕ ਅਲੱਗ ਰਿਪੋਰਟ ਹੈ ਜੋ ਕਿ ਮੈਂ ਇਸ ਤੋਂ ਬਾਅਦ ਬਣਾਵਾਂਗਾ, ਕਿਉਂਕਿ ਰਾਜਸਥਾਨ ਦੇ ਥੋੜ੍ਹੇ ਜਿਹੇ ਗੈਂਗਸਟਰਾਂ ਤੇ ਉਹਨਾਂ ਦੀ ਆਪਸ ਦੀ ਟਸਲ ਤੇ ਲਾਰੈਂਸ ਬਿਸ਼ਨੋਈ ਦਾ ਉਭਾਰ, ਜਿਸ ਉੱਤੇ ਪਹਿਲਾਂ ਵੀ ਮੈਂ ਗੱਲ ਕੀਤੀ ਹੈ, ਉਸ ਨੂੰ ਦੁਬਾਰਾ ਐਗਜ਼ਾਮਿਨ ਤੇ ਸਟੱਡੀ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਰਿਪੋਰਟ ਦੇ ਦਾਇਰੇ ਦੇ ਵਿੱਚ, ਕਿਉਂਕਿ ਉੱਥੇ ਆਪਾਂ ਰਾਜਸਥਾਨ ਦੇ ਗੈਂਗਸਟਰਾਂ ਦੀ ਗੱਲ ਕਰਾਂਗੇ।
ਲੇਕਿਨ ਇਹ ਜਿਹੜਾ ਲਾਰੈਂਸ ਬਿਸ਼ਨੋਈ ਦਾ ਨੈਟਵਰਕ ਉੱਥੇ ਚੱਲਦਾ ਹੈ, ਜੋ ਕਿ ਬੇਸਿਕਲੀ ਅਨੰਦਪਾਲ ਤੇ ਉਸ ਦੇ ਭਰਾਵਾਂ ਜਿਹੜੇ ਬਾਅਦ ਦੇ ਵਿੱਚ, ਅਨੰਦਪਾਲ ਦੀ ਤਾਂ ਮੌਤ ਹੋ ਜਾਂਦੀ ਹੈ, ਇਨਫੈਕਟ ਲਾਰੈਂਸ ਬਿਸ਼ਨੋਈ ਅਨੰਦਪਾਲ ਨੂੰ ਸ਼ਾਇਦ ਉਸ ਤਰੀਕੇ ਦੇ ਨਾਲ ਕਦੇ ਮਿਲਿਆ ਵੀ ਨਾ ਹੋਵੇ, ਲੇਕਿਨ ਅਨੰਦਪਾਲ ਦੀ ਮੌਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਉਸ ਦੇ ਗੈਂਗ ਨੂੰ ਸਾਂਭਦਾ ਹੈ, ਕਿਉਂਕਿ ਉਸ ਦੇ ਗੈਂਗ ਕੋਲ ਕੋਈ ਚੰਗੇ ਲੀਡਰ ਬਚੇ ਨਹੀਂ ਹੁੰਦੇ। ਜਿਸ ਤੋਂ ਬਾਅਦ ਕਿ ਇਹਨਾਂ ਨੇ ਲਾਰੈਂਸ ਬਿਸ਼ਨੋਈ ਦਾ ਉਭਾਰ ਹੁੰਦਾ ਤੇ ਰਾਜਸਥਾਨ ਦੇ ਸਰਕਟ ਦੇ ਜ਼ਰੀਏ ਹੁੰਦਾ ਹੋਇਆ ਲਾਰੈਂਸ ਬਿਸ਼ਨੋਈ ਦਿੱਲੀ ਆਊਟਰ NCR ਤੇ ਦਿੱਲੀ ਤੱਕ ਇਸਨੇ ਪੈਰ ਪਸਾਰਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਦੇ ਵਿੱਚ ਦਿੱਲੀ ਦੇ ਅੰਦਰ ਇਨਰ ਦਿੱਲੀ ਦੇ ਵਿੱਚ ਜਿਹੜੇ ਗੈਂਗਸਟਰ ਜਾਂ ਗੈਂਗ ਐਕਟਿਵ ਸਨ ਉਹਨਾਂ ਦੇ ਨਾਲ ਇਹਨਾਂ ਨੇ ਜਾ ਕੇ ਮੱਥਾ ਲਾ ਲਿਆ, ਜਿੱਥੋਂ ਕਿ ਇਹਨਾਂ ਦੀ ਅਸਲ ਦਾ ਝਗੜਾ ਗੁੜਗਾਉਂ ਜਾਂ ਦਿੱਲੀ ਆਊਟਰ ਏਰੀਆ, ਉੱਥੇ ਦੀ ਜਿਹੜੀ ਟੈਰੀਟਰੀ ਲੜਾਈ ਜਿਹੜੀ ਹੈ ਸ਼ੁਰੂ ਹੁੰਦੀ ਹੈ। ਕੁਝ ਇਸ ਤਰੀਕੇ ਦਾ ਜਿਹੜਾ ਤਾਣਾ ਬਾਣਾ ਅੰਡਰਵਰਲਡ ਦਾ ਇਸ ਇਲਾਕੇ ਦੇ ਵਿੱਚ ਇਹਨਾਂ ਤਿੰਨਾਂ ਸਟੇਟਸ ਦੇ ਵਿੱਚ, ਜਿਸ ਵਿੱਚ ਰਾਜਸਥਾਨ, ਹਰਿਆਣਾ, ਪੰਜਾਬ ਐਂਡ ਦਿੱਲੀ ਇਨਕਲੂਡਿੰਗ ਚੰਡੀਗੜ੍ਹ ਵਗੈਰਾ ਰਹੇ ਨੇ, 4-5 ਸਟੇਟਾਂ ਦੇ ਵਿੱਚ ਲੋਕ ਐਕਟਿਵ ਹੈਗੇ ਨੇ। ਲੇਕਿਨ ਹੁਣ ਗੱਲ ਫਿਰ ਵਾਪਸ ਉੱਥੇ ਆਉਂਦੀ ਹੈ ਕਿ ਜਿਹੜਾ ਮਾਲ ਸਿੰਘ ਦੇ ਸ਼ੂਟਰ ਸੀ ਸਾਧੂ ਸਿੰਘ ਤੇ ਮਨਪ੍ਰੀਤ ਚੋਚੀ, ਔਰ ਉਹ ਵਾਰਦਾਤ ਕਰਨ ਤੋਂ ਬਾਅਦ ਪੰਜਾਬ ਆ ਜਾਂਦੇ ਨੇ। ਪੰਜਾਬ ਵਿੱਚ ਇਹਨਾਂ ਨੂੰ ਸੁੱਖਾ ਦੁਣੇਕੇ ਦੇ ਹੋਰ ਕੁਝ ਜਿਹੜੇ ਬੰਦੇ ਮਿਲਦੇ ਨੇ ਤੇ ਇਹਨਾਂ ਦੇ ਨਾਲ ਰਲ ਕੇ ਇਹ ਲੋਕ ਰਾਜਸਥਾਨ ਦਾ ਰੁਖ ਕਰਦੇ ਨੇ। ਹੁਣ ਪਲੈਨਿੰਗ ਇਹ ਹੁੰਦੀ ਹੈ ਕਿ ਪਹਿਲਾਂ ਤਾਂ ਇਹਨਾਂ ਨੇ ਲਾਰੈਂਸ ਬਿਸ਼ਨੋਈ ਦੇ ਜਿਹੜਾ ਗੈਂਗ ਹੈ ਉਸ ਦਾ ਇੱਕ ਬਹੁਤ ਹੀ ਮੇਜਰ ਕੈਰੈਕਟਰ ਹੈ, ਹਾਲਾਂਕਿ ਉਸਨੂੰ ਆਪਾਂ ਅੱਜ ਦੀ ਤਰੀਕ ਦੇ ਵਿੱਚ ਗੈਂਗਸਟਰ ਨਹੀਂ ਕਹਿ ਸਕਦੇ, ਕਿਉਂਕਿ ਅੱਜ ਉਹ ਇੱਕ ਐਕਟਿਵ ਸੋਸ਼ਲ ਐਕਟਿਵਿਸਟ ਵੀ ਹੈ, ਰਾਜਨੀਤੀ ਦੇ ਵਿੱਚ ਵੀ ਉਹ ਆਉਣਾ ਚਾਹੁੰਦਾ। ਇਵਨ ਅਨੰਦਪਾਲ ਵੀ ਜਿਹੜਾ ਸੀ ਉਹ ਪੋਲੀਟਿਕਸ ਦੇ ਵਿੱਚ ਹੀ ਆਉਣਾ ਚਾਹੁੰਦਾ ਸੀ, ਲੇਕਿਨ ਉਸ ਤੋਂ ਕਿਤੇ ਥਿਰਕਦਾ ਉਹ ਅੰਡਰਵਰਲਡ ਦੇ ਵਿੱਚ ਚਲਾ ਗਿਆ। ਤੇ ਉਹਦਾ ਜਿਹੜਾ ਭਰਾ ਮਨਜੀਤਪਾਲ ਸਿੰਘ ਹੈ, ਸੋ ਮਨਜੀਤਪਾਲ ਸਿੰਘ ਨੂੰ ਹਿੱਟ ਕੀਤਾ ਜਾਣਾ ਸੀ ਰਾਜਸਥਾਨ ਦੇ ਵਿੱਚ, ਕਿਉਂਕਿ ਮਨਜੀਤਪਾਲ ਸਿੰਘ ਲਾਰੈਂਸ ਬਿਸ਼ਨੋਈ ਦਾ ਜਿਹੜਾ ਪੂਰਾ ਦਾ ਪੂਰਾ ਨੈਟਵਰਕ ਹੈ ਉਸ ਦਾ ਇੱਕ ਬੜਾ ਵੱਡਾ ਮਜ਼ਬੂਤ ਇਸ ਨੂੰ ਮੰਨਿਆ ਜਾਂਦਾ ਕਿ ਇਹ ਬੰਦਾ ਕਾਫੀ ਹੱਦ ਤੱਕ ਮਦਦ ਕਰ ਸਕਦਾ ਉਹਨਾਂ ਦੀ, ਉਹਨਾਂ ਨੂੰ ਸਾਂਭ ਸੰਭਾਲ ਕਰ ਸਕਦਾ ਹੈ। ਹਾਲਾਂਕਿ ਇਹ ਬੰਦਾ ਓਵਰਗਰਾਊਂਡ ਹੈ, ਪਬਲਿਕਲੀ ਵਿਚਰਦਾ ਹੈ, ਲੇਕਿਨ ਮਨਜੀਤਪਾਲ ਸਿੰਘ ਨੂੰ ਟਾਰਗੇਟ ਕਰਨ ਲਈ, ਕਿਉਂਕਿ ਮਨਜੀਤਪਾਲ ਸਿੰਘ ਵੀ ਇਸ ਨੂੰ ਜੇਲ੍ਹ ਹੋਈ ਸੀ ਕੁਝ ਕੇਸਾਂ ਦੇ ਵਿੱਚ, ਇਸਨੇ ਸਜ਼ਾ ਵੀ ਕੱਟੀ, ਉਸ ਤੋਂ ਬਾਅਦ ਇਹ ਜੇਲ੍ਹ ਤੋਂ ਬਰੀ ਹੋਇਆ ਕੁਝ ਕੇਸਾਂ ਦੇ ਵਿੱਚ ਤੇ ਹੁਣੇ ਓਵਰਗਰਾਊਂਡ ਹੈ, ਪਬਲਿਕਲੀ ਘੁੰਮ ਰਿਹਾ। ਇਹਨੂੰ ਆਪਾਂ ਅਗਲੀ ਰਿਪੋਰਟ ਵਿੱਚ ਡਿਸਕਸ ਕਰਾਂਗੇ। ਹੁਣ ਮਨਜੀਤਪਾਲ ਨੂੰ ਜਿਹੜਾ ਮਾਰਨਾ ਹੁੰਦਾ ਹੈ ਉਹ ਇੱਕ ਮੇਨ ਟਾਰਗੇਟ ਹੁੰਦਾ ਹੈ। ਇਸ ਦਾ ਇਹ ਚੀਜ਼ ਕਲੀਅਰ ਨਹੀਂ ਹੈ ਕਿ ਮਨਜੀਤਪਾਲ ਨੂੰ ਮਰਵਾਉਣ ਪਿੱਛੇ ਵੱਡਾ ਮਕਸਦ ਕੀ ਸੀ, ਲੇਕਿਨ ਇਸ ਦਾ ਮਤਲਬ ਇਹ ਸੀ ਕਿ ਲਾਰੈਂਸ ਬਿਸ਼ਨੋਈ ਦੀ ਰੀੜ੍ਹ ਦੀ ਹੱਡੀ ਨੂੰ ਤੋੜਿਆ ਜਾਵੇ ਰਾਜਸਥਾਨ ਦੇ ਵਿੱਚ, ਜਿੱਥੋਂ ਉਸਨੂੰ ਮਦਦ ਮਿਲਦੀ ਹੈ, ਜਿੱਥੇ ਉਸਦੇ ਗੈਂਗਸਟਰ ਵਾਰਦਾਤਾਂ ਕਰਕੇ ਆ ਕੇ ਰੁਕਦੇ ਨੇ, ਜਿੱਥੇ ਉਹਨਾਂ ਨੂੰ ਠਹਿਰ ਮਿਲਦੀ ਹੈ, ਇਹ ਸਾਰਾ ਦਾ ਸਾਰਾ ਨੈਟਵਰਕ ਭੰਨਿਆ ਜਾਵੇ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਅਨੰਦਪਾਲ ਤੇ ਉਸਦੇ ਨਾਲ ਦੇ ਲੋਕਾਂ ਨੂੰ ਜਾਂ ਤਾਂ ਐਨਕਾਊਂਟਰਾਂ 'ਚੋਂ ਮਾਰੇ ਗਏ ਜਾਂ ਫਿਰ ਉਹਨਾਂ ਨੂੰ ਮਾਰਤਾ ਗਿਆ, ਜੇਲ੍ਹਾਂ ਦੇ ਵਿੱਚ ਮਾਰਤਾ ਗਿਆ। ਲੇਕਿਨ ਇੱਕ ਸ਼ਖਸ ਹੈ ਜੋ ਕਿ ਹੁਣ ਇਸ ਵਕਤ ਪੋਲੀਟਿਕਸ ਦੇ ਵਿੱਚ ਕਾਫੀ ਐਕਟਿਵ ਹੈ ਤੇ ਆਉਣਾ ਸ਼ਾਇਦ ਚਾਹੁੰਦਾ ਹੈ ਇਹ ਪਬਲਿਕਲੀ, ਇਸ ਦੀ ਪ੍ਰੋਫਾਈਲਾਂ ਦੇ ਉੱਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਇਸ ਦੇ ਕੋਲ ਇੱਕ ਚੰਗੀ ਖਾਸੀ ਸਿਕਿਉਰਿਟੀ ਹੈ, ਇਸ ਦੇ ਨਾਲ ਤਕਰੀਬਨ 8-10 ਬੰਦੇ ਇਸ ਦੇ ਆਪਣੇ ਹੀ ਪ੍ਰਾਈਵੇਟ ਜਿਹੜੇ ਸਿਕਿਉਰਿਟੀ ਗਾਰਡ ਹੈਗੇ ਨੇ ਉਹ ਤੁਰਦੇ ਨੇ, ਉਹਨਾਂ ਕੋਲ ਵੈਪਨਸ ਹੁੰਦੇ ਨੇ, ਸੋਫਿਸਟੀਕੇਟਡ ਵੈਪਨਸ ਹੁੰਦੇ ਨੇ। ਤੇ ਇਹੀ ਕਾਰਨ ਸੀ ਕਿ ਸਾਧੂ ਸਿੰਘ ਤੇ ਜਿਹੜਾ ਦੂਸਰਾ ਮੁੰਡਾ ਸੀ ਮਨਪ੍ਰੀਤ, ਜਿਨ੍ਹਾਂ ਦੇ ਨਾਲ ਹੋਰ ਮੁੰਡੇ ਸੀ, ਉਹਨਾਂ ਨੂੰ ਸੋਫਿਸਟੀਕੇਟਡ ਵੈਪਨ ਹੁਣ ਦਿੱਤੇ ਗਏ, ਕਿਉਂਕਿ ਉੱਤਰਾਖੰਡ ਦੇ ਵਿੱਚ ਜਿਹੜਾ ਇਹਨਾਂ ਨੇ ਮਰਡਰ ਕੀਤਾ ਸੀ ਉਹ ਸਿੰਪਲ ਕੈਲੀਬਰ ਦੇ ਵੈਪਨਸ ਦੇ ਨਾਲ ਕੀਤਾ ਸੀ, ਲੇਕਿਨ ਹੁਣ ਇਹਨਾਂ ਨੂੰ ਐਕਸਟੈਂਡਡ ਮੈਗਜ਼ੀਨ ਵਾਲੇ 9mm ਦੇ ਬੜੇ ਸੋਫਿਸਟੀਕੇਟਡ ਹਥਿਆਰ ਜਿਹੜੇ ਸੀ ਇਨਾਮ ਵਜੋਂ ਵੀ ਦਿੱਤੇ ਗਏ ਕਿ ਇਹਨਾਂ ਨੇ ਜੋ ਉੱਤਰਾਖੰਡ ਵਿੱਚ ਕੀਤਾ। ਲੇਕਿਨ ਉਸ ਦਾ ਵੱਡਾ ਮਕਸਦ ਇਹ ਸੀ, ਕਿਉਂਕਿ ਜਦੋਂ ਮਨਜੀਤਪਾਲ ਨੂੰ ਉਹਨਾਂ ਨੇ ਟਾਰਗੇਟ ਕਰਨਾ ਸੀ, ਉਸ ਦੇ ਆਸ-ਪਾਸ ਇੱਕ ਬਹੁਤ ਲਾਮ ਲਸ਼ਕਰ ਲੈ ਕੇ ਤੁਰਦਾ, ਉਹ ਤਕਰੀਬਨ 6-7 ਗੱਡੀਆਂ ਨਾਲ ਲੈ ਕੇ ਤੁਰਦਾ, ਉਸ ਦੇ ਆਸ-ਪਾਸ ਗਨਮੈਨ ਬਹੁਤ ਸੀ। ਲੇਕਿਨ ਫਿਰ ਵੀ ਬੰਮੀਹਾ ਗੈਂਗ ਕਹਿ ਲਈਏ ਜਾਂ ਸੁੱਖਾ ਦੁਣੇਕੇ, ਅਰਸ਼ ਡਾਲੇ ਹੋਣੀ, ਇਹਨਾਂ ਦਾ ਐਡਾ ਕੁ ਹੌਸਲਾ ਸੀ ਕਿ ਮਨਜੀਤਪਾਲ ਨੂੰ ਹਿੱਟ ਕਰਨਾ ਚਾਹੁੰਦੇ ਸੀ। ਇਹ ਇਨਫੋਰਮੇਸ਼ਨ ਜਿਹੜੀ ਸੀ, ਇਸੀ ਇਰਾਦੇ ਦੇ ਨਾਲ ਇਹ ਲੋਕ ਰਾਜਸਥਾਨ ਜਾਂਦੇ ਨੇ। ਰਾਜਸਥਾਨ ਤੇ ਹਰਿਆਣੇ ਦੇ ਬਾਰਡਰ ਦੇ ਉੱਤੇ ਹੋਟਲਾਂ ਦੇ ਵਿੱਚ ਕੁਝ ਦਿਨ ਰਹਿੰਦੇ ਨੇ। ਲੇਕਿਨ ਉਸ ਵਕਤ ਦੀਪਕ ਟੀਨੂ ਜਿਹੜਾ ਭੱਜਿਆ ਹੋਇਆ ਸੀ ਜੇਲ੍ਹ ਤੋਂ, ਮਾਨਸਾ CIA ਦੀ ਕਸਟਡੀ 'ਚੋਂ, ਉਹ ਦੀਪਕ ਟੀਨੂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਘੇਰ ਲਿਆ ਤੇ ਦੀਪਕ ਟੀਨੂ ਦੀ ਜਦੋਂ ਉੱਥੇ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਲੈ ਕੇ ਉੱਥੇ ਰਾਜਸਥਾਨ ਦੇ ਵਿੱਚ ਕਾਫੀ ਹਲਚਲ ਤੇਜ਼ ਹੋ ਜਾਂਦੀ ਹੈ। ਇਨਫੈਕਟ ਰਾਜਸਥਾਨ ਦੇ ਵਿੱਚ ਹਲਚਲ ਪਹਿਲਾਂ ਹੀ ਤੇਜ਼ ਸੀ, ਕਿਉਂਕਿ ਸ਼ੱਕ ਇਹ ਸੀ ਕਿ ਦੀਪਕ ਟੀਨੂ ਭੱਜ ਕੇ ਉੱਥੇ ਗਿਆ। ਤਾਂ ਦੀਪਕ ਟੀਨੂ ਆਲਰੇਡੀ ਉਸ ਨੈਟਵਰਕ ਦੇ ਵਿੱਚ ਠਾਰ ਜਿਹੜਾ ਸੀ ਕੱਟਦਾ ਪਿਆ ਸੀ ਰਾਜਸਥਾਨ ਦੇ ਵਿੱਚ ਹੀ। ਲੇਕਿਨ ਜਦੋਂ ਦੀਪਕ ਟੀਨੂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਮਨਜੀਤਪਾਲ ਹੋਣਾ ਦੇ ਉੱਤੇ ਵੀ ਉੱਥੇ ਸ਼ਿਕੰਜਾ ਜਿਹੜਾ ਹੈ ਉਹ ਕੱਸਣਾ ਸ਼ੁਰੂ ਹੁੰਦਾ ਹੈ ਤੇ ਪੁਲਿਸ ਅਥਾਰਟੀਜ਼ ਹੋਰ ਸਤਰਕ ਹੋ ਜਾਂਦੀਆਂ ਨੇ। ਹਾਲਾਂਕਿ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਅੰਦਰ ਖਾਤੇ ਮਨਜੀਤਪਾਲ ਨੂੰ ਮਾਰਨ ਲਈ ਉਸਦੇ ਵਿਰੋਧੀ ਗੈਂਗ ਨੇ ਪੰਜਾਬ ਤੋਂ ਕੁਝ ਹੋਰ ਗੈਂਗਸਟਰ ਇਕੱਠੇ ਕੀਤੇ ਨੇ, ਜਿਨ੍ਹਾਂ ਵਿੱਚੋਂ 2 ਤਾਂ ਉੱਥੇ ਬੈਠੇ ਸੀ, ਜਿਹੜਾ ਹੈਰੀ ਮੌੜ ਤੇ ਹੈਰੀ ਰਾਜਪੁਰੇ ਦੀ ਆਪਾਂ ਗੱਲ ਕਰਦੇ ਹਾਂ, ਇਹ ਤਾਂ ਉੱਥੇ ਹੀ ਇੰਨੇ ਮਹੀਨੇ ਰਹੇ ਨੇ ਤੇ ਉੱਥੋਂ ਨਿਕਲੇ ਨਹੀਂ। ਤਾਂ ਉਹ ਜਿਹੜਾ ਪਲਾਨ ਸੀ ਇਹਨਾਂ ਦਾ ਮਨਜੀਤ ਨੂੰ ਹਿੱਟ ਕਰਨ ਦਾ, ਉਹ ਉੱਥੇ ਸ਼ੈਲਵ ਕਰਨਾ ਪੈਂਦਾ ਇਹਨਾਂ ਨੂੰ, ਕਿਉਂਕਿ ਸਿਕਿਉਰਿਟੀ ਵੱਧ ਜਾਂਦੀ ਹੈ। ਦੀਪਕ ਟੀਨੂ ਗ੍ਰਿਫਤਾਰ ਹੋ ਜਾਂਦਾ ਹੈ, ਉਸ ਨੂੰ ਠਹਿਰ ਦੇਣ ਵਾਲੇ ਜਾਂ ਉਸ ਨੂੰ ਪਨਾਹ ਦੇਣ ਵਾਲੇ ਲੋਕਾਂ ਉੱਤੇ ਦਬਿਸ਼ ਹੋ ਜਾਂਦੀ ਹੈ। ਉਸੇ ਚੱਕਰ ਦੇ ਵਿੱਚ
ਪੂਰਾ ਦਾ ਪੂਰਾ ਐਕਸ਼ਨ ਪੁਲਿਸ ਦਾ ਉੱਥੇ ਤੇਜ਼ ਹੋਣ ਕਾਰਨ ਇਹ ਜਿਹੜਾ ਪਲਾਨ ਇਸ ਨੂੰ ਰੋਕਤਾ ਜਾਂਦਾ ਹੈ ਕਿ ਹੁਣ ਉਹ ਵੈਸੇ ਵੀ ਬਹੁਤ ਔਖਾ ਹਮਲਾ ਸੀ, ਉਹ ਹੋਣਾ ਸੀ ਨਹੀਂ ਹੋਣਾ ਸੀ ਗੋਡ ਨੋਜ਼, ਲੇਕਿਨ ਇਹ ਲੋਕ ਉੱਥੇ ਇਸ ਇਰਾਦੇ ਦੇ ਨਾਲ ਜਾਂਦੇ ਨੇ ਕਿ ਅਸੀਂ ਸੋਫਿਸਟੀਕੇਟਿਡ ਜਿਹੜੇ ਵੈਪਨਸ ਹੈਗੇ ਨੇ ਉਹਨਾਂ ਦੇ ਨਾਲ ਇੱਕ ਅਜਿਹਾ ਹਮਲਾ ਕਰਾਂਗੇ ਜਿਸ ਦੇ ਵਿੱਚ ਕਿ ਦੋਵੇਂ ਪਾਸੇ ਦਾ ਨੁਕਸਾਨ ਪੋਸੀਬਲ ਹੈ, ਲੇਕਿਨ ਉਸ ਡੈਡਲੀ ਹਮਲੇ ਦੇ ਵਿੱਚ ਮਨਜੀਤ ਪਾਲ ਨੂੰ ਹਿੱਟ ਕੀਤਾ ਜਾਏਗਾ। ਉਹ ਜਦੋਂ ਪੂਰਾ ਦਾ ਪੂਰਾ ਪਲਾਨ ਇਹਨਾਂ ਨੇ ਸ਼ੈਲਫ ਕਰਤਾ, ਉਸ ਤੋਂ ਬਾਅਦ ਇਹ ਵਾਪਸ ਆ ਗਏ। ਕੌਣ ਵਾਪਸ ਆ ਗਏ? ਕਿਉਂਕਿ ਹੈਰੀ ਰਾਜਪੁਰਾ ਤੇ ਹੈਰੀ ਬਠਿੰਡਾ ਤਾਂ ਕਦੇ ਰਾਜਸਥਾਨ ਤੋਂ ਨਿਕਲੇ ਨਹੀਂ। ਉਹਨਾਂ ਦੋਵਾਂ ਦਾ ਰਾਜਸਥਾਨ ਤੋਂ ਨਾ ਨਿਕਲਣਾ ਹੀ ਇੱਕ ਬੜੀ ਵੱਡੀ ਵਜ੍ਹਾ ਵੀ ਹੈ ਕਿ ਉਹ ਲੋਕ ਅਜੇ ਤੱਕ ਸਿਕਿਉਰ ਹੈ, ਤੇ ਸੰਦੀਪ ਨੰਗਲ ਅੰਬੀਆਂ ਦਾ ਇੱਕ ਮੇਨ ਜਿਹੜਾ ਸ਼ੂਟਰ ਜਿਸਨੇ ਸਭ ਤੋਂ ਅੱਗੇ ਵੱਧ ਕੇ ਗੋਲੀਆਂ ਮਾਰੀਆਂ ਉਹ ਅਜੇ ਤੱਕ ਵੀ ਨਹੀਂ ਫੜਿਆ ਗਿਆ ਹੈ, ਕਿਸੇ ਪੁਲਿਸ ਦੀ ਗਿਰਫਤ ਵਿੱਚ ਨਹੀਂ ਆਇਆ ਹੈ। ਸੋ ਉਹ ਤਾਂ ਕਦੇ ਪੰਜਾਬ ਆਏ ਨਹੀਂ, ਲੇਕਿਨ ਇਹ ਲੋਕ ਉੱਥੋਂ ਵਾਪਸ ਪੰਜਾਬ ਆ ਜਾਂਦੇ ਨੇ ਤੇ ਅਗਲਾ ਇਹਨਾਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਆਪਣੇ ਅਗਲੇ ਨਿਸ਼ਾਨੇ ਦੀ, ਕਿਉਂਕਿ ਸਾਧੂ ਸਿੰਘ ਪਲੱਸ ਉਸਦੇ ਜਿਹੜੇ ਹੋਰ ਸਾਥੀ ਹੁੰਦੇ ਨੇ ਉਹਨਾਂ ਤੋਂ ਇੱਕ ਕਹਿ ਲਏ ਕਿ ਡੇਰਿੰਗ ਅਟੈਕ ਕਰਵਾਉਣ ਦੀ ਕੋਸ਼ਿਸ਼ ਹੁੰਦੀ ਹੈ, ਤੇ ਸੁੱਖਾ ਦੁਨੇਕੇ ਤੇ ਅਰਸ਼ ਡਾਲੇ ਹੋਣਾ ਨੇ ਟਾਸਕ ਕੀਤਾ ਹੁੰਦਾ ਹੈ ਕਿ ਹੁਣ ਤੁਸੀਂ ਅਗਲਾ ਨਿਸ਼ਾਨਾ, ਜੇ ਮਨਜੀਤ ਪਾਲ ਦੇ ਉੱਤੇ ਨਿਸ਼ਾਨਾ ਨਹੀਂ ਲੱਗ ਸਕਦਾ ਕਿਸੇ ਵੀ ਤਰੀਕੇ ਦੇ ਨਾਲ, ਹੁਣ ਲਾਰੈਂਸ ਦੇ ਉੱਤੇ ਹਮਲੇ ਲਾਉਣ ਦੀ ਤਿਆਰੀ ਕਰੋ। ਤੁਸੀਂ ਲਾਰੈਂਸ ਨੂੰ ਪੁਲਿਸ ਕਸਟਡੀ ਦੇ ਵਿੱਚ ਗਾਰ ਦੇ ਵਿੱਚ ਤੁਸੀਂ ਉਸ ਉੱਤੇ ਹਮਲਾ ਕਰਨਾ, ਤੁਹਾਡੇ ਕੋਲ ਵੈਪਨਸ ਆ ਚੁੱਕੇ ਨੇ। ਸੋ ਹੁਣ ਮਾਲ ਸਿੰਘ ਦਾ ਕਤਲ ਕਰਨ ਤੋਂ ਬਾਅਦ ਤੇ ਰਾਜਸਥਾਨ ਤੋਂ ਵਾਪਸ ਪਰਤੇ ਇਹ ਜਿਹੜੇ ਦੋਹੇ ਗੈਂਗਸਟਰ ਸੀ, ਅਗਲਾ ਟਾਰਗੇਟ ਲਾਰੈਂਸ ਬਿਸ਼ਨੋਈ ਨੂੰ ਬਣਾਉਣਾ ਚਾਹੁੰਦੇ ਸੀ ਆਪਣੇ ਅਕਾਵਾਂ ਦੇ ਕਹੇ ਉੱਤੇ। ਉਸ ਲਈ ਇਹਨਾਂ ਨੇ ਪਲੈਨਿੰਗ ਸ਼ੁਰੂ ਕਰ ਲਈ ਸੀ। ਇਸ ਚੀਜ਼ ਦਾ ਇੰਤਜ਼ਾਰ ਹੋ ਰਿਹਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਅਗਲੀ ਕੋਈ ਪੇਸ਼ੀ ਹੋਵੇ ਕੋਰਟ ਦੇ ਵਿੱਚ, ਤੇ ਉਸ ਨੂੰ, ਕਿਉਂਕਿ ਉਸ ਵਕਤ ਪੰਜਾਬ ਪੁਲਿਸ ਦੀ ਕਸਟਡੀ ਵਿੱਚ ਸੀ, ਉਸ ਨੂੰ ਉਸ ਦਾ ਟਾਰਗੇਟ ਕੀਤਾ ਜਾਵੇ। ਹਾਲਾਂਕਿ ਇਹ ਚੀਜ਼ ਲਗਭਗ ਮੈਨੂੰ ਤਾਂ ਖੜੇ ਨੂੰ ਇੱਥੇ ਸੋਚਦਿਆਂ ਨੂੰ ਵੀ ਇੰਪੋਸੀਬਲ ਲੱਗਦੀ ਹੈ ਵੀ 40-50 ਕਮਾਂਡੋ ਦੇ ਵਿੱਚ ਤੁਸੀਂ ਜਾ ਕੇ ਉਸ ਉੱਤੇ ਕੋਈ ਹਮਲਾ ਕਰ ਸਕਦੇ ਸੀ, ਨਹੀਂ ਕਰ ਸਕਦੇ ਸੀ, ਬਟ ਇਹਨਾਂ ਨੇ ਉਸ ਤਰੀਕੇ ਦਾ ਪਲਾਨ ਕੀਤਾ ਤੇ ਇਹ ਸਾਰੀ ਦੀ ਸਾਰੀ ਪਲੈਨਿੰਗ ਚੱਲਦੀ ਪਈ ਸੀ ਕਿ ਇਹਨਾਂ ਦੀ ਜਿਹੜੀ ਮੂਵਮੈਂਟ ਹੋ ਰਹੀ ਸੀ ਉਸ ਦੀ ਜਿਹੜੀ ਜਾਣਕਾਰੀ ਪੰਜਾਬ ਪੁਲਿਸ ਨੂੰ ਲੱਗ ਗਈ, AGTF ਨੂੰ ਲੱਗੀ, ਤੇ AGTF ਦੇ ਕੁਝ ਜਿਹੜੇ ਆਫੀਸਰ ਸੀ ਉਹਨਾਂ ਨੇ ਲਗਾਤਾਰ ਇਹਨਾਂ ਦੇ ਉੱਤੇ ਸਰਵੇਲੈਂਸ ਰੱਖੀ, ਮੋਨੀਟਰ ਕੀਤਾ ਗਿਆ ਇਹਨਾਂ ਨੂੰ, ਜਿਸ ਤੋਂ ਬਾਅਦ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪਿਛਲੀ ਰਿਪੋਰਟ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਉਸੇ ਵਕਤ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਜਿਹੜੀ ਟੀਮ ਸੀ ਉਹ ਵੀ ਇਹਨਾਂ ਦੀ ਟ੍ਰੇਲ ਦੇ ਉੱਤੇ ਸੀ। ਸੋ ਦੋਵੇਂ ਜਿਹੜੀਆਂ ਫੋਰਸਿਸ ਸੀ ਆਲਮੋਸਟ ਕਨਵਰਜ ਕਰ ਗਈਆਂ ਸੀ, ਲੇਕਿਨ ਪੰਜਾਬ ਪੁਲਿਸ ਨੇ ਇਹਨਾਂ ਨੂੰ ਪਹਿਲਾਂ ਕਾਬੂ ਕਰ ਲਿਆ ਸੀ, ਜੋ ਮੇਰੀ ਜਾਣਕਾਰੀ ਮਿਲੀ ਹੈ। ਜਿਸ ਤੋਂ ਬਾਅਦ ਕਿ ਬਾਅਦ ਦੇ ਵਿੱਚ ਇਸ ਨੂੰ ਇੱਕ ਸਾਂਝਾ ਆਪਰੇਸ਼ਨ ਦਿਖਾਇਆ ਗਿਆ, ਉਸ ਦੇ ਵਿੱਚ ਉੱਤਰਾਖੰਡ ਪੁਲਿਸ ਜਾਂ ਫਿਰ ਊਧਮ ਸਿੰਘ ਨਗਰ ਡਿਸਟ੍ਰਿਕਟ ਦੀ ਪੁਲਿਸ ਜਾਂ ਦਿੱਲੀ ਪੁਲਿਸ ਸਭ ਨੂੰ ਬਕਾਇਦਾ ਉਸ ਜਿਹੜਾ ਬਿਆਨ ਜਾਰੀ ਕੀਤਾ ਗਿਆ ਆਫੀਸ਼ੀਅਲ, ਉਹਦੇ ਵਿੱਚ ਇਸ ਚੀਜ਼ ਦਾ ਕ੍ਰੈਡਿਟ ਦਿੱਤਾ ਗਿਆ ਕਿ ਸਾਂਝਾ ਆਪਰੇਸ਼ਨ ਸੀ, ਅਦਰਵਾਈਜ਼ ਇਹ ਆਪਰੇਸ਼ਨ ਪੰਜਾਬ ਦੇ AGTF ਦਾ ਸੀ। ਸੋ ਸਾਧੂ ਸਿੰਘ ਇੱਕ ਅਜਿਹਾ ਗੈਂਗਸਟਰ, ਕੋਈ ਐਡਾ ਵੱਡਾ ਕ੍ਰਿਮੀਨਲ ਵੀ ਨਹੀਂ ਸੀ, ਲੇਕਿਨ ਕੁਝ ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਤੇ ਉਸ ਤੋਂ ਬਾਅਦ ਇਸ ਨੇ ਅੰਡਰਵਰਲਡ ਦੇ ਵਿੱਚ ਬਹੁਤ ਛੇਤੀ ਕੁਝ ਕਰਨਾ ਚਾਹਿਆ ਸੀ ਤੇ ਇੱਕ ਵਾਰਦਾਤ ਜਿਹੜੀ ਸੀ ਉੱਤਰਾਖੰਡ ਦੀ ਉਸ ਨੂੰ ਅੰਜਾਮ ਦੇ ਕੇ ਵੀ ਆਂਦਾ, ਲੇਕਿਨ ਉਸ ਤੋਂ ਬਾਅਦ ਇਹਦੇ ਜਿਹੜੇ ਮਨਸੂਬੇ ਸੀ, ਇਸ ਦੇ ਆਕਾਵਾਂ ਦੇ ਮਨਸੂਬੇ ਸੀ, ਉਹ ਬੜੇ ਹੀ ਡੇਰਿੰਗ ਅਟੈਕ ਕਰਾਉਣ ਦੇ ਮਨਸੂਬੇ ਸੀ, ਜੋ ਕਿ ਸੁਣਨ ਦੇ ਵਿੱਚ ਲਗਭਗ ਅਸੰਭਵ ਲੱਗਦੇ ਨੇ। ਇੰਝ ਲੱਗਦਾ ਨਹੀਂ ਕਿ ਇਹ ਲੋਕ, ਤੁਸੀਂ ਜੇ ਮਨਜੀਤ ਪਾਲ ਹੋਣਾ ਦੇ ਸੋਸ਼ਲ ਮੀਡੀਆ ਦੇ ਵੀਡੀਓਜ਼ ਵੇਖੋਗੇ, ਉਸ ਦੇ ਵਿੱਚ ਜਿੰਨੀ ਸਿਕਿਉਰਿਟੀ ਉਸ ਬੰਦੇ ਕੋਲ ਹੈ ਉਸ ਦੇ ਵਿੱਚ ਕੋਈ ਉਸ ਉੱਤੇ ਹਮਲਾ ਲਾਏਗਾ, ਇਹ ਚੀਜ਼ ਲਗਭਗ ਇੰਪੋਸੀਬਲ ਜੀ ਲੱਗਦੀ ਹੈ। ਇਸੇ ਤਰੀਕੇ ਦੇ ਨਾਲ ਲਾਰੈਂਸ ਦੇ ਉੱਤੇ ਤਾਂ ਹਮਲੇ ਦਾ ਮਤਲਬ ਹੀ ਨਹੀਂ ਸੀ ਬਣਦਾ ਕਿ ਤੁਸੀਂ 35 ਤੋਂ 40 ਕਮਾਂਡੋ ਜਿਸ ਬੰਦੇ ਕੋਲ ਹੋਣ, ਅੱਗੇ ਪਿੱਛੇ ਬੁਲਟ ਪ੍ਰੂਫ ਗੱਡੀਆਂ ਜਾ ਰਹੀਆਂ ਹੋਣ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ, ਉਸ ਦੇ ਉੱਤੇ ਇਸ ਤਰੀਕੇ ਦਾ ਅਟੈਕ ਕਿਵੇਂ ਲਾ ਸਕਦੇ ਹੋ। ਲੇਕਿਨ ਫਿਰ ਵੀ ਬੰਬੀਹਾ ਗੈਂਗ, ਸੁੱਖਾ ਦੁਨੇਕੇ ਤੇ ਅਰਸ਼ ਡਾਲੇ ਹੋਣੀ, ਇਹ ਪੂਰੇ ਦੇ ਪੂਰੇ ਐਕਟਿਵ ਸੀ। ਰਾਜਸਥਾਨ ਦੇ ਵਿੱਚ ਇਹਨਾਂ ਨੇ ਕਿਸ ਮਕਸਦ ਦੇ ਕਾਰਨ ਉਹ ਜਿਹੜੇ ਸ਼ੂਟਰ ਭੇਜੇ ਸੀ ਜਾਂ ਉਹ ਕੀ ਕਾਰਨ ਸੀ, ਉਹ ਇਹਨਾਂ ਨੇ ਆਪਣੇ ਵੱਲੋਂ ਲਾਰੈਂਸ ਬਿਸ਼ਨੋਈ ਦੀ ਰੀੜ੍ਹ ਦੀ ਹੱਡੀ ਤੋੜਨ ਦਾ ਇਰਾਦਾ ਬਣਾਇਆ ਸੀ, ਜਾਂ ਉੱਥੋਂ ਦੇ ਜਿਹੜੇ ਗੈਂਗ ਸੀ ਉਹਨਾਂ ਨੇ ਇਹਨੂੰ ਕਿਹਾ ਸੀ ਕਿ ਤੁਸੀਂ ਆ ਕੇ ਇੱਥੇ ਮਨਜੀਤ ਪਾਲ ਨੂੰ ਹਿੱਟ ਕਰੋ। ਲੇਕਿਨ ਇਹ ਸਭ ਦੇ ਵਿੱਚ ਹੋਇਆ ਕਿ ਇਹ ਲੋਕ ਫੜੇ ਜਾਂਦੇ ਨੇ, ਇਹਨਾਂ ਦਾ ਪੂਰਾ ਪਲਾਨ ਚੌਪਟ ਹੋ ਜਾਂਦਾ ਹੈ। ਇੱਕ ਜਿਹੜੀ ਕੁਝ ਘੰਟਿਆਂ ਦਾ ਫਰਕ ਰਿਹਾ, ਜੋ ਮੇਰੀ ਜਾਣਕਾਰੀ ਹੈ ਉਸ ਮੁਤਾਬਕ ਹੈਰੀ ਮੌੜ ਤੇ ਹੈਰੀ ਰਾਜਪੁਰੇ ਨੇ ਕੁਝ ਘੰਟੇ ਬਾਅਦ ਆ ਕੇ ਇਹਨਾਂ ਨੂੰ ਮਿਲਣਾ ਸੀ, ਤੇ ਹੈਰੀ ਮੌੜ ਤੇ ਹੈਰੀ ਬਠਿੰਡੇ ਨੂੰ ਵੀ, ਹੈਰੀ ਰਾਜਪੁਰੇ ਨੂੰ ਵੀ ਰਾਜਸਥਾਨ ਤੋਂ ਕੱਢ ਲਿਆ ਗਿਆ ਸੀ, ਪੰਜਾਬ ਬੁਲਾ ਲਿਆ ਗਿਆ ਸੀ। ਉਹਨਾਂ ਦਾ ਮਕਸਦ ਵੀ ਇਹੀ ਸੀ ਕਿ ਦੋਵਾਂ ਦੇ ਨਾਲ, ਸਾਧੂ ਸਿੰਘ ਹੋਣਾ ਦੇ ਨਾਲ ਰਲ ਕੇ ਇੱਕ ਵੱਡਾ ਹਮਲਾ ਲਾਰੈਂਸ ਬਿਸ਼ਨੋਈ ਦੇ ਉੱਤੇ ਉਸ ਦੀ ਗਾਰਦ ਦੇ ਵਿੱਚ ਲਾਇਆ ਜਾਏ। ਸੋ ਇਸੇ ਪਰਪਸ ਦੇ ਨਾਲ ਉਹ ਆ ਚੁੱਕੇ ਸੀ। ਲੇਕਿਨ ਜਦੋਂ ਇਹ ਆਪਰੇਸ਼ਨ ਹੁੰਦਾ ਹੈ, ਕੁਝ ਸ਼ਾਇਦ ਉਸ ਵਕਤ ਲੌਜਿਸਟਿਕਲ ਅਜਿਹੇ ਰਹੇ ਹੋਣਗੇ, ਈਵਨ ਪੁਲਿਸ ਨੂੰ ਵੀ ਨਹੀਂ ਪਤਾ ਸੀ, ਇਸ ਚੀਜ਼ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਸੀ ਕਿ ਇਹਨਾਂ ਨੂੰ, ਇਹ ਤਾਂ ਜਦੋਂ ਇਹਨਾਂ ਨੂੰ ਬਾਅਦ 'ਚ ਫੜ ਲਿਆ ਗਿਆ ਸਾਧੂ ਸਿੰਘ ਹੋਣਾ ਨੂੰ, ਉਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਹੋਈ ਤਾਂ ਇਹਨਾਂ ਨੇ ਦੱਸਿਆ ਕਿ ਸਾਨੂੰ 2 ਹੋਰ ਗੈਂਗਸਟਰਾਂ ਨੇ ਉੱਥੋਂ ਜੁਆਇਨ ਕਰਨਾ ਸੀ, ਤੇ ਉਸ ਪੂਰੀ ਦੀ ਪੂਰੀ ਘਟਨਾ ਦੇ ਵਿੱਚ ਕੁਝ ਹੀ ਘੰਟੇ ਬਚੇ ਸਨ, ਕਿਉਂਕਿ ਜਿਵੇਂ ਚੱਕ ਲਏ ਗਏ, ਫੜ ਲਏ ਗਏ, ਇਹਨਾਂ ਦਾ ਕੰਟੈਕਟ ਟੁੱਟ ਗਿਆ। ਉਸ ਤੋਂ ਬਾਅਦ ਹੈਰੀ ਜਿਹੜਾ ਮੌੜ ਸੀ ਤੇ ਹੈਰੀ ਰਾਜਪੁਰਾ ਜਿਹੜਾ ਸੀ, ਉਹ ਫਿਰ ਇਹਨਾਂ ਦੇ ਸੰਪਰਕ ਦੇ ਵਿੱਚ ਨਹੀਂ ਆਏ, ਉਹ ਉਹਨਾਂ ਨੇ ਨਾਲ ਤਾਲਮੇਲ ਨਹੀਂ ਕੀਤਾ, ਤੇ ਉਹ ਅੱਜ ਵੀ ਬੰਦੇ ਭਗੌੜੇ ਨੇ। ਸੋ ਕੁਛ ਹੀ ਘੰਟਿਆਂ ਦਾ ਫਰਕ ਰਹਿ ਗਿਆ, ਨਹੀਂ ਤਾਂ ਸੰਭਾਵਨਾ ਇਹ ਸੀ ਕਿ ਇਹ ਦੋਵੇਂ ਸੰਦੀਪ ਨੰਗਲ ਅੰਬੀਆਂ ਦੇ ਜਿਹੜੇ ਸ਼ੂਟਰ ਸੀ
ਉਹ ਵੀ ਇਹਨਾਂ ਦੇ ਨਾਲ ਹੁੰਦੇ, ਇਹ ਵਾਰਦਾਤ ਹੋਣ ਦੇ ਮੌਕੇ ਜਾਂ ਇਹਨਾਂ ਦੇ ਪੁਲਿਸ ਦੇ ਹੱਥੇ ਚੜ੍ਹਨ ਦੇ ਮੌਕੇ ਇੱਕ ਬਹੁਤ ਵੱਡੀ ਕਾਮਯਾਬੀ ਪੰਜਾਬ ਪੁਲਿਸ ਦੀ AGTF ਨੂੰ ਮਿਲਣੀ ਸੀ। ਲੇਕਿਨ ਪ੍ਰੀਮੈਚੁਰ ਜਿਹੜਾ ਆਪਰੇਸ਼ਨ ਹੋਣ ਕਾਰਨ ਇਹ ਪੂਰੀ ਦੀ ਪੂਰੀ ਜਿਹੜੀ ਕਾਰਵਾਈ ਸੀ ਉਸ ਦੇ ਵਿੱਚ ਕਾਮਯਾਬੀ ਸੀਮਿਤ ਰਹੀ। ਹਾਲਾਂਕਿ ਮਹਿਲ ਸਿੰਘ ਦਾ ਕੇਸ ਸੁਲਝਾਣਾ ਉੱਤਰਾਖੰਡ ਦਾ ਇੱਕ ਬੜੀ ਵੱਡੀ ਕਾਮਯਾਬੀ ਸੀ ਪੰਜਾਬ ਦੇ AGTF ਲਈ, ਲੇਕਿਨ ਉਸ ਤੋਂ ਵੱਡੀ ਜਿਹੜੀ ਨਾਕਾਮਯਾਬੀ ਸਾਡੇ ਹੱਥ ਲੱਗੀ ਹੈ, ਕਹਿ ਲਓ ਕਿ ਪੰਜਾਬ ਪੁਲਿਸ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਉਹ ਇਹ ਹੋਇਆ ਕਿ ਉਹ ਦੋਵੇਂ ਸੰਦੀਪ ਨੰਗਲ ਲੰਬੀਆਂ ਦੇ ਜਿਹੜੇ ਸ਼ੂਟਰ ਸੀ ਉਹ ਹੱਥ ਵਿੱਚ ਆਉਂਦਿਆਂ ਰਹਿ ਗਏ। ਸੋ ਉਹ ਦੋਵੇਂ ਸ਼ੂਟਰ ਅੱਜ ਵੀ ਹੈਗੇ ਨੇ, ਹੁਣ ਉਹ ਪੰਜਾਬ ਦੇ ਵਿੱਚ ਨੇ, ਵਾਪਸ ਰਾਜਸਥਾਨ ਜਾ ਚੁੱਕੇ ਨੇ, ਕਿਉਂਕਿ ਉਸ ਵਕਤ ਰਾਜਸਥਾਨ ਦੇ ਵਿੱਚ ਦੀਪਕ ਟੀਨੂ ਦੇ ਕਾਰਨ ਬੜੀ ਸਖਤੀ ਹੋਈ ਸੀ। ਲੇਕਿਨ ਉਹ ਅੱਜ ਵੀ ਖੁੱਲ੍ਹੇਆਮ ਘੁੰਮਦੇ ਪਏ ਨੇ, ਅਤੇ ਉਹਨਾਂ ਦੀ ਗ੍ਰਿਫਤਾਰੀ ਇੱਕ ਮੇਜਰ ਚੈਲੰਜ ਹੈ, ਚੁਣੌਤੀ ਹੈ। ਇਸ ਉੱਤੇ ਕਦੇ ਮੈਂ ਮੀਡੀਆ ਦੇ ਵਿੱਚ ਚਰਚਾਵਾਂ ਨਹੀਂ ਸੁਣੀਆਂ। ਸਾਡੇ ਜਿੰਨੇ ਵੀ ਲੋਕ ਕ੍ਰਾਈਮ ਰਿਪੋਰਟਿੰਗ ਕਰਦੇ ਨੇ, ਮੈਂ ਪਹਿਲਾਂ ਇੱਕ ਰਿਪੋਰਟ ਬਣਾ ਚੁੱਕਾ ਦੋਹਾਂ ਦੇ ਉੱਤੇ ਕਿ ਇਹਨਾਂ ਨੂੰ ਫੜਨਾ ਕਿੰਨਾ ਜ਼ਰੂਰੀ ਸੀ। ਸੰਦੀਪ ਨੰਗਲ ਲੰਬੀਆਂ ਵਾਲੇ ਪਾਸੇ ਮੈਨੂੰ ਲੱਗਦਾ ਥੋੜ੍ਹਾ ਜਿਹਾ ਇੰਟਰਸਟ ਘੱਟ ਹੈ। ਜਿਸ ਤਰੀਕੇ ਦੇ ਸ਼ਿੱਦਤ ਦੇ ਨਾਲ ਸਿੱਧੂ ਮੂਸੇਵਾਲਾ ਉਹਨਾਂ ਦੇ ਕੇਸ ਦੇ ਵਿੱਚ ਇਨਵੈਸਟੀਗੇਸ਼ਨਾਂ ਹੋਈਆਂ ਨੇ, ਧਰਪਕੜ ਹੋਈ, ਗੈਂਗਸਟਰਾਂ ਨੂੰ ਲੱਭ ਕੇ ਇਹਨਾਂ ਨੇ ਫੜਿਆ, ਉਹ ਚੀਜ਼ ਉਸ ਕੇਸ ਦੇ ਵਿੱਚ ਨਹੀਂ ਹੋ ਪਾਈ। ਸੋ ਸੰਦੀਪ ਨੰਗਲ ਲੰਬੀਆਂ ਦੇ ਜਿਹੜਾ ਮੇਨ ਸ਼ੂਟਰ ਇੱਕ ਹੈ ਜਿਸ ਤੋਂ ਗੋਲੀਆਂ ਮਾਰੀਆਂ, ਵਿਕਾਸ ਮਾਲੇ ਵਗੈਰਾ ਤਾਂ ਫੜ ਲਿਆ ਸੀ ਇਹਨਾਂ ਨੇ, ਲੇਕਿਨ ਆ ਜਿਹੜਾ ਹੈਰੀ ਰਾਜਪੁਰਾ ਜਾਂ ਹੈਰੀ ਮੌੜ ਇਸ ਨੂੰ ਕਹਿੰਦੇ ਨੇ, ਇਹ ਅਜੇ ਵੀ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਬਹੁਤ ਨੇੜੇ ਪਹੁੰਚ ਗਏ ਸੀ ਅਤੇ ਲਗਭਗ ਇਹ ਫੜਿਆ ਗਿਆ ਸੀ, ਲੇਕਿਨ ਕੁਝ ਘੰਟਿਆਂ ਦੇ ਗੈਪ ਕਾਰਨ ਇਹ ਨਿਕਲਣ ਦੇ ਵਿੱਚ ਕਾਮਯਾਬ ਹੋਇਆ। ਹਾਲਾਂਕਿ ਇਹ ਚੀਜ਼ਾਂ ਨੂੰ ਮੈਂ ਉਸ ਵਕਤ ਵੀ ਥੋੜ੍ਹਾ ਬਹੁਤ ਮੋਨੀਟਰ ਕੀਤਾ, ਲੇਕਿਨ ਸਮਾਂ ਨਹੀਂ ਲੱਗਿਆ ਅਤੇ ਰਿਪੋਰਟ ਬਣ ਨਹੀਂ ਪਾਈ। ਅਗਲੀ ਜਿਹੜੀ ਰਿਪੋਰਟ ਮੇਰੀ ਬਣੇਗੀ ਉਹ ਇਸ ਨੂੰ ਮੈਂ ਉਸ ਇਸ ਲੜੀ ਦਾ ਤੀਸਰਾ ਪਾਰਟ ਕਹਾਂਗਾ, ਉਹ ਰਾਜਸਥਾਨ ਦੇ ਗੈਂਗਸਟਰਾਂ ਦੇ ਉੱਤੇ ਹੋਏਗੀ। ਅਤੇ ਜਿਹੜਾ ਰਾਜੂ ਠੇੜ, ਜਿਸ ਨੂੰ ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਮਾਰਿਆ ਗਿਆ 2022 ਦੇ ਵਿੱਚ, ਰਾਜੂ ਠੇੜ ਤੇ ਆਨੰਦਪਾਲ ਉਹਨਾਂ ਦਾ ਜਿਹੜਾ ਗੈਂਗ ਸੀ, ਆਪਸ ਦੇ ਵਿੱਚ ਉਹਨਾਂ ਦੀ ਕੀ ਦੁਸ਼ਮਣੀ ਸੀ, ਲਾਰੈਂਸ ਬਿਸ਼ਨੋਈ ਕਿਵੇਂ ਉਸ ਗੈਂਗ ਦੀ ਆਪਸ ਦੀ ਰਾਈਵਲਰੀ ਦੇ ਵਿੱਚੋਂ ਉੱਭਰਦਾ ਵੀ ਹੈ। ਅਤੇ ਲਾਰੈਂਸ ਬਿਸ਼ਨੋਈ ਤਾਂ ਖੈਰ ਚਲੋ ਆਪਣੇ ਕਾਰਨ ਸੀ, ਲੇਕਿਨ ਰਾਜਸਥਾਨ ਦੇ ਵਿੱਚ ਐਡਾ ਵੱਡਾ ਨਾਂ ਲਾਰੈਂਸ ਦਾ ਕਿਵੇਂ ਬਣਿਆ, ਰਾਜਸਥਾਨ ਦੇ ਉਸ ਇਲਾਕੇ ਦੇ ਵਿੱਚ ਲਾਰੈਂਸ ਦੇ ਨਾਂ ਉੱਤੇ ਵੀ ਅੱਜ ਫਿਰੌਤੀਆਂ ਵਸੂਲੀਆਂ ਜਾ ਰਹੀਆਂ ਨੇ। ਸੋ ਇਹ ਚੰਡੀਗੜ੍ਹ ਦੇ DAV ਕਾਲਜ ਵਿੱਚ ਪੜ੍ਹਨ ਵਾਲਾ ਲੜਕਾ ਇਸ ਲੈਵਲ ਦੇ ਉੱਤੇ ਪਹੁੰਚ ਗਿਆ ਅੰਡਰਵਰਲਡ ਦੇ ਵਿੱਚ, ਅਤੇ ਰਾਜਸਥਾਨ ਦਾ ਇਹਦਾ ਪੂਰਾ ਦਾ ਪੂਰਾ ਕਨੈਕਸ਼ਨ, ਅਤੇ ਉੱਥੋਂ ਦੇ ਜਿਹੜੇ ਗੈਂਗਸ, ਸ਼ਿਖਾਵਟੀ ਜਿਹੜੇ ਇਲਾਕੇ ਦੇ ਰੀਜਨ ਦੇ ਜਿਹੜੇ ਗੈਂਗਸ ਰਹੇ ਨੇ, ਉਹ ਆਪਸ ਦੇ ਵਿੱਚ ਕਿਵੇਂ ਭਿੜਦੇ ਰਹੇ ਨੇ, ਕਿਵੇਂ ਜੇਲ੍ਹਾਂ ਵਿੱਚ ਇੱਕ ਦੂਜੇ ਉੱਤੇ ਹਮਲੇ ਹੋਏ ਨੇ, ਇਹ ਮੈਂ ਆਪਣੀ ਅਗਲੀ ਰਿਪੋਰਟ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ। ਸੋ ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮੱਚ।